ਕਹਾਣੀਆਂ ਦੇ ਹਫ਼ਤਾਵਾਰ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਕਰ ਰਹੇ ਹਾਂ ਕਹਾਣੀ ਤੁਲਾਦਾਨ। ਲੇਖਕ ਨੇ ਰਾਜਿੰਦਰ ਸਿੰਘ ਬੇਦੀ, ਪੰਜਾਬੀ ਅਨੁਵਾਦ ਮਹਿੰਦਰ ਸਿੰਘ ਬੇਦੀ ਦਾ ਤੇ ਆਵਾਜ਼ ਹਰਮੀਲ ਪ੍ਰੀਤ ਦੀ ਹੈ। ਧੋਬੀਆਂ ਦੇ ਘਰ ਜੇ ਗੋਰਾ ਚਿੱਟਾ ਬਾਲ ਜੰਮ ਪਵੇ ਤਾਂ ਉਸ ਦਾ ਨਾਮ ਬਾਊ ਰੱਖ ਦਿੱਤਾ ਜਾਂਦਾ ਹੈ। ਸਾਧੂ ਰਾਮ ਦੇ ਘਰ ਬਾਊ ਨੇ ਜਨਮ ਲਿਆ ਤਾਂ ਉਹ ਸਿਰਫ ਬਾਊ ਦੀ ਸ਼ਕਲ ਸੂਰਤ ਤਾਈਂ ਹੀ ਸੀਮਤ ਨਹੀਂ ਸੀ ਰਿਹਾ। ਜਦੋਂ ਵੱਡਾ ਹੋਇਆ ਤਾਂ ਉਸ ਦੀਆਂ ਸਾਰੀਆਂ ਆਦਤਾਂ ਬਾਊਆਂ ਵਰਗੀਆਂ ਹੀ ਤਾਂ ਸਨ। ਮਾਂ ਨੂੰ ਨਫ਼ਰਤ ਨਾਲ ਯੂ ਅਤੇ ਪਿਓ ਨੂੰ ਚੱਲ ਇਹ ਕਹਿਣਾ ਉਸਨੇ ਪਤਾ ਨਹੀਂ ਕਿੱਥੋਂ ਸਿੱਖ ਲਿਆ ਸੀ। ਉਹ ਉਸ ਦੀ ਆਕੜ ਭਰੀ ਆਵਾਜ਼, ਮੜਕ ਨਾਲ ਤੁਰਨਾ, ਬੂਟਾਂ ਸਮੇਤ ਚੌਂਕੇ ਵਿੱਚ ਵੜ ਜਾਣਾ, ਦੁੱਧ ਨਾਲ ਮਲਾਈ ਨਾ ਖਾਣਾ, ਸਾਰੀਆਂ ਸਿਫਤਾਂ ਬਾਊਆਂ ਵਾਲੀਆਂ ਤਾਂ ਸਨ। ਜਦੋਂ ਉਹ ਹੁਕਮ ਦੇਣ ਵਾਲੀ ਆਵਾਜ਼ ਵਿੱਚ ਬੋਲਦਾ ਅਤੇ ਚਲੋ ਇਹ ਕਹਿੰਦਾ ਤਾਂ ਸਾਧੂ ਰਾਮ ਖੀਂ ਕਰਕੇ ਪੀਲੇ ਦੰਦ ਵਿਖਾਉਂਦਾ ਅਤੇ ਪੂਰਾ ਬਾਊ ਹੈ ਕਹਿ ਕੇ ਚੁੱਪ ਹੋ ਜਾਂਦਾ। ਬਾਊ ਜਦੋਂ ਸੁਖਨੰਦਨ, ਅੰਮ੍ਰਿਤ ਅਤੇ ਹੋਰ ਅਮੀਰਜ਼ਾਦਿਆਂ ਨਾਲ ਖੇਡਦਾ ਤਾਂ ਕਿਸੇ ਨੂੰ ਪਤਾ ਨਾ ਲੱਗਦਾ ਕਿ ਉਹ ਉਸ ਮਾਲਾ ਦਾ ਮਣਕਾ ਨਹੀਂ। ਸੱਚ ਤਾਂ ਇਹ ਹੈ ਕਿ ਈਸ਼ਵਰ ਸਭ ਜੀਵ ਜੰਤੂ ਨੰਗੇ ਕਰਕੇ ਇਸ ਦੁਨੀਆ 'ਚ ਭੇਜ ਦਿੰਦਾ। ਕੋਈ ਬੋਲੀ ਪੜ੍ਹਤ ਨਹੀਂ ਸਿਖਾਉਂਦਾ। ਇਹ ਨਾਦਾਰ, ਲਖਪਤੀ, ਮਹਾਬ੍ਰਾਹਮਣ, ਭਨੋਟ, ਹਰੀਜਨ, ਲੰਗੂਵਾ, ਫਰਨੀਕਾ ਸਾਰੀਆਂ ਲੋਕਾਂ ਦੀਆਂ ਬਾਅਦ ਵਿੱਚ ਕੱਢੀਆਂ ਕਾਢਾਂ ਨੇ। ਬੁੱਧਈ ਅਤੇ ਪੁਰਬਾ ਵਾਸੀਆਂ 'ਚ ਸੁਖਨੰਦਨ ਦੇ ਮਾਂ ਪਿਓ ਖਾਂਦੇ ਪੀਂਦੇ ਆਦਮੀ ਸਨ ਅਤੇ ਸਾਧੂ ਰਾਮ ਅਤੇ ਦੂਜੇ ਆਦਮੀ ਉਹਨਾਂ ਨੂੰ ਖਾਂਦੇ ਪੀਂਦੇ ਵੇਖਣ ਵਾਲੇ। ਸੁਖਨੰਦਨ ਦਾ ਜਨਮ ਦਿਨ ਆਇਆ ਤਾਂ ਪੁਰਬਾ ਦੇ ਵੱਡੇ ਵੱਡੇ ਨੇਤਾਗਣ, ਦੇਵ ਭੰਡਾਰੀ, ਗਣਪਤ, ਮਹਾਬ੍ਰਾਹਮਣ ਵਗੈਰਾ ਖਾਣੇ 'ਤੇ ਬੁਲਾਏ ਗਏ। ਡਾਲਚੰਦ ਅਤੇ ਗਣਪਤ ਮਹਾਬ੍ਰਾਹਮਣ ਦੋਵੇਂ ਮੋਟੇ ਆਦਮੀ ਸਨ ਅਤੇ ਲਗਭਗ ਹਰੇਕ ਦਾਵਤ ਵਿੱਚ ਵੇਖੇ ਜਾਂਦੇ ਸਨ। ਉਹਨਾਂ ਦੇ ਵਧੇ ਹੋਏ ਢਿੱਡ ਹੇਠਾਂ ਪਤਲੀ ਜਿਹੀ ਧੋਤੀ ਹੇਠ ਲੰਗੋਟ, ਮੋਟੇ ਤਾਜ਼ੇ ਜਿਸਮ ਉੱਤੇ ਜਨੇਊ, ਵੱਡਾ ਸਾਰਾ ਚੰਦਨ ਦਾ ਟਿੱਕਾ ਵੇਖ ਕੇ ਬਾਊ ਨੂੰ ਈਰਖਾ ਹੁੰਦੀ ਸੀ। ਅਤੇ ਭਲਾ ਇਹ ਵੀ ਕੋਈ ਈਰਖਾ ਕਰਨ ਵਾਲੀ ਗੱਲ ਸੀ? ਸ਼ਾਇਦ ਇੱਕ ਨਿੱਕਾ ਜਿਹਾ ਮਲੂਕ ਸਰੀਰ ਬਾਊ ਬਣਨ ਤੋਂ ਪਿੱਛੋਂ ਮਨੁੱਖਾਂ ਵਿੱਚ ਥੁਲਥੁਲਾ, ਬੇਡੌਲ ਪੰਡਤ ਬਣਨਾ ਚਾਹੁੰਦਾ ਹੈ ਅਤੇ ਪੰਡਤ ਬਣਨ ਪਿੱਛੋਂ ਇੱਕ ਮੋਈ ਜ਼ਮੀਰ ਵਾਲਾ ਗੁਨਾਹਗਾਰ ਇਨਸਾਨ ਅਤੇ ਅਛੂਤ ਵੀ। ਡਾਲਚੰਦ ਅਤੇ ਗਣਪਤ ਮਹਾਬ੍ਰਾਹਮਣ ਦੇ ਚਰਿੱਤਰ ਬਾਰੇ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਸਨ। ਇਹ ਇਨਸਾਨੀ ਸੁਭਾਅ ਦੀ ਤਾਸੀਰ ਹਰ ਜਗ੍ਹਾ ਰੰਗ ਵਿਖਾਉਂਦੀ ਹੈ। ਬਾਊ ਨੇ ਵੇਖਿਆ ਜਿੱਥੇ ਭੰਡਾਰੀ, ਮਹਾਬ੍ਰਾਹਮਣ, ਭਨੋਟ ਆਏ ਹੋਏ ਸਨ, ਉੱਥੇ ਹੀ ਉਮਦਾ ਮਿਰਾਸਨ, ਹਰਖੂ, ਜੜੀ ਦਾਦਾ, ਕਰਿੰਦਾ ਅਤੇ 2-3 ਜੂਠੀਆਂ ਪੱਤਲਾਂ ਅਤੇ ਡੂਨੇ ਚੁੱਕਣ ਵਾਲੇ ਝਿਓਰ ਵੀ ਨਜ਼ਰ ਆ ਰਹੇ ਸਨ। ਜਦੋਂ 10-15 ਆਦਮੀ ਖਾ ਕੇ ਵਿਹਲੇ ਹੋ ਜਾਂਦੇ ਤਾਂ ਝਿਓਰ, ਪੱਤਲਾਂ ਅਤੇ ਡੂਨਿਆਂ ਵਿੱਚ ਬਚੀਆਂ ਖੁਚੀਆਂ ਚੀਜ਼ਾਂ ਇੱਕ ਜਗ੍ਹਾ ਇਕੱਠੀਆਂ ਕਰਦੇ। ਜਮਾਦਾਰਨੀ ਵਿਹੜੇ ਵਿੱਚ ਚਾਦਰ ਦਾ ਇੱਕ ਪੱਲਾ ਵਿਛਾਈ ਬੈਠੀ ਸੀ। ਉਹ ਸਾਰੀਆਂ ਬਚੀਆਂ ਖੁਚੀਆਂ ਚੀਜ਼ਾਂ, ਹਲਵਾ, ਦਾਲ, ਤੋੜੀਆਂ ਹੋਈਆਂ ਬੁਰਕੀਆਂ, ਪਕੌੜਿਆਂ ਰਲੇ ਆਲੂ ਮਟਰ ਅਤੇ ਚੌਲ ਉਸ ਦੀ ਵਿਛੀ ਹੋਈ ਚਾਦਰ ਜਾਂ ਐਲੂਮੀਨੀਅਮ ਦੇ ਇੱਕ ਵੱਡੇ ਸਾਰੇ ਭੱਦੇ ਜਿਹੇ ਤਸਲੇ ਵਿੱਚ ਪਾ ਦਿੰਦੇ। ਉਸ ਦੇ ਸਾਹਮਣੇ ਸਾਰੀਆਂ ਚੀਜ਼ਾਂ ਦੀ ਖਿਚੜੀ ਦੇਖ ਕੇ ਬਾਊ ਤੋਂ ਰਿਹਾ ਨਾ ਗਿਆ ਅਤੇ ਉਹ ਬੋਲਿਆ, ਜਮਾਦਾਰਨੀ ਕਿਵੇਂ ਖਾਏਂਗੀ ਇਹ ਚੀਜ਼ਾਂ? ਜਮਾਦਾਰਨੀ ਹੱਸ ਪਈ, ਨੱਕ ਚੜ੍ਹਾ ਕੇ ਬੋਲੀ, ਜਿਵੇਂ ਤੂੰ ਰੋਟੀਆਂ ਖਾਂਦਾ। ਇਸ ਅਜੀਬ ਅਤੇ ਸਦੀਵੀ ਜਵਾਬ ਨੇ ਬਾਊ ਦੀ ਠੋਕਰ ਨੂੰ ਠੋਕਰ ਮਾਰੀ ਅਤੇ ਉਹ ਬੋਲਿਆ, ਕਿਹੜੀ ਨਾ ਸਮਝੇ ਤੂੰ, ਇੰਨੀ ਗੱਲ ਵੀ ਨਹੀਂ ਸਮਝੀ। ਤਾਈਓ ਤਾਂ ਤੁਸੀਂ ਲੋਕ ਜੁੱਤੀਆਂ ਜੋੜਿਆਂ ਕੋਲ ਬੈਠਣ ਲਾਇਕ ਹੋ। ਹਲਾਲਖੋਰੀ ਦੀ ਆਕੜ ਲੋਕਾਂ ਨੂੰ ਵਿਰਸੇ ਵਿੱਚ ਮਿਲੀ ਹੁੰਦੀ ਹੈ। ਮੱਥੇ ਵੱਟ ਪਾ ਕੇ ਜਮਾਦਾਰਨੀ ਬੋਲੀ, ਅਤੇ ਤੁਸੀਂ ਤਾਂ ਅਰਸ਼ਾਂ 'ਤੇ ਬੈਠਣ ਲਾਇਕ ਹੋ, ਹੈ ਨਾ? ਐਵੇਂ ਨਾਰਾਜ਼ ਹੋ ਗਈ ਤੂੰ ਤਾਂ। ਬਾਊ ਬੋਲਿਆ, ਮੇਰਾ ਮਤਲਬ ਸੀ ਸਬਜ਼ੀ ਵਿੱਚ ਹਲਵਾ ਅਤੇ ਪਕੌੜਿਆਂ ਵਿੱਚ ਆਲੂ ਮਟਰ, ਪੁਲਾਅ ਵਿੱਚ ਫਿਰਨੀ, ਇਹ ਸਾਰੀਆਂ ਚੀਜ਼ਾਂ ਖਿਚੜੀ ਨਹੀਂ ਬਣ ਗਈਆਂ ਕਿ? ਜਮਾਦਾਰਨੀ ਨੇ ਕੋਈ ਉੱਤਰ ਨਾ ਦਿੱਤਾ। ਭੰਡਾਰੀ ਅਤੇ ਮਹਾਬ੍ਰਾਹਮਣ ਨੂੰ ਚੰਗੇ ਥਾਂ ਬਿਠਾਇਆ ਗਿਆ। ਉਹ ਸਾਧੂਆਂ ਵਰਗੀ ਰੁਦਰਾਕਸ਼ ਦੀ ਮਾਲਾ ਗਲੇ ਵਿੱਚ ਪਾਈ ਕੁਣੱਖਾ ਜਿਹਾ ਵਾਰੀ ਉਮਦਾਂ ਅਤੇ ਜਮਾਦਾਰਨੀ ਵੱਲ ਝਾਕਦੇ ਰਹੇ। ਉਮਦਾਂ ਜਮਾਦਾਰਨੀ ਦੇ ਕੋਲ ਹੀ ਬੈਠੀ ਸੀ। ਹਰਖੂ ਅਤੇ ਜੜੀ ਦਾਦਾ ਧੁੱਪ ਵਿੱਚ ਬੈਠੇ ਖਾਰੇ ਆਦਮੀਆਂ ਦੇ ਮੂੰਹਾਂ ਵੱਲ ਵੇਖ ਰਹੇ ਸਨ ਕਿ ਕਦੋਂ ਉਹ ਸਾਰੇ ਖਾ ਹਟਣ ਤਾਂ ਉਹਨਾਂ ਨੂੰ ਕੁਝ ਨਸੀਬ ਹੋਵੇ। ਬਾਊ ਨੇ ਦੇਖਿਆ ਉਮਦਾਂ ਦੇ ਨੇੜੇ ਹੀ ਬਾਲਣ ਦੀ ਓਟ ਵਿੱਚ ਉਸਦੀ ਆਪਣੀ ਮਾਂ ਬੈਠੀ ਹੋਈ ਸੀ। ਉਸ ਦੇ ਨੇੜੇ ਭਾਂਡੇ ਮਾਂਜਣ ਲਈ ਸਵਾਹ ਅਤੇ ਅੱਧ ਸੁੱਕੀਆਂ ਪਾਥੀਆਂ ਪਈਆਂ ਸਨ ਅਤੇ ਸਵਾਹ ਨਾਲ ਉਹਦਾ ਲਹਿੰਗਾ ਖਰਾਬ ਹੋ ਗਿਆ ਸੀ। ਕਮੀਜ਼ ਵੀ ਖਰਾਬ ਹੋ ਰਹੀ ਸੀ। ਖੈਰ ਕਮੀਜ਼ ਦੀ ਤਾਂ ਕੋਈ ਗੱਲ ਨਹੀਂ ਸੀ, ਉਹ ਤਾਂ ਕਿਸੇ ਦੀ ਸੀ ਅਤੇ ਧੋਣ ਲਈ ਆਈ ਸੀ। ਇੱਕ ਵਾਰੀ ਧੋ ਕੇ ਬਾਊ ਦੀ ਮਾਂ ਨੇ ਪਾ ਲਈ ਤਾਂ ਕੁਝ ਘਸ ਨਹੀਂ ਗਿਆ। ਪਰਮਾਤਮਾ ਭਲਾ ਕਰੇ ਬੱਦਲਾਂ ਦਾ ਕਿ ਉਹਨਾਂ ਦੀ ਮਿਹਰਬਾਨੀ ਨਾਲ ਇਹ ਮੌਕਾ ਭਿੜਿਆ ਸੀ।
ਜਦੋਂ ਆਪਣੇ ਦੋਸਤ ਸੁਖਨੰਦਨ ਨੂੰ ਮਿਲਣ ਲਈ ਬਾਊ ਨੇ ਅੱਗੇ ਵਧਣਾ ਚਾਹਿਆ ਤੇ ਇੱਕ ਆਦਮੀ ਨੇ ਉਸ ਨੂੰ ਚਪੇੜ ਵਿਖਾ ਕੇ ਥਾਵੇਂ ਹੀ ਰੋਕ ਦਿੱਤਾ ਤੇ ਕਿਹਾ, ਖਬਰਦਾਰ ਧੋਬੀ ਦੇ ਬੱਚੇ, ਦਿਸਦਾ ਨਹੀਂ ਕਿੱਧਰ ਵੜਿਆ ਜਾ ਰਿਹਾ ਹੈ। ਬਾਊ ਰੁਕ ਗਿਆ, ਸੋਚਣ ਲੱਗਿਆ ਉਸ ਨਾਲ ਲੜੇ ਕਿ ਨਾ ਲੜੇ। ਝਿਉਰ ਦਾ ਕਮਾਇਆ ਹੋਇਆ ਸਰੀਰ ਵੇਖ ਕੇ ਉਸ ਨੂੰ ਥਾਵੇਂ ਰੁਕਣਾ ਪਿਆ ਤੇ ਉਂਝ ਵੀ ਉਹ ਅਜੇ ਬੱਚਾ ਸੀ, ਭਲਾ ਏਡੇ ਵੱਡੇ ਆਦਮੀ ਦਾ ਮੁਕਾਬਲਾ ਕਿੰਝ ਕਰ ਸਕਦਾ ਸੀ। ਉਸਨੇ ਇੱਕ ਉਦਾਸ ਟੁੱਟਵੀਂ ਜਿਹੀ ਨਿਗਾਹ ਚੰਗੀ ਥਾਵੇਂ ਬੈਠ ਕੇ ਖਾਣ ਵਾਲਿਆਂ ਤੇ ਪਾਥੀਆਂ ਦੀ ਗਿੱਲੀ ਸੁੱਕੀ ਸਵਾਹ ਤੇ ਜੁੱਤੀਆਂ ਕੋਲ ਬੈਠੇ ਮਾਨਸਾਂ ਵੱਲ ਦੇਖਿਆ ਤੇ ਮਨ ਹੀ ਮਨ ਕਿਹਾ, ਭਾਵੇਂ ਸਾਰੇ ਨੰਗੇ ਹੀ ਪੈਦਾ ਹੋਏ ਨੇ, ਪਰ ਇੱਕ ਕਾਮੇ ਤੇ ਇੱਕ ਬ੍ਰਾਹਮਣ ਵਿੱਚ ਕਿੰਨਾ ਫਰਕ ਹੈ। ਫਿਰ ਦਿਲ ਵਿੱਚ ਕਹਿਣ ਲੱਗਾ, ਸੁਖਨੰਦਨ ਤੇ ਬਾਊ ਵਿੱਚ ਕਿੰਨਾ ਫਰਕ ਹੈ। ਤੇ ਹਲਕੀ ਜਿਹੀ ਇੱਕ ਪੀੜ ਉਸਦੇ ਕਾਲਜੇ ਵਿੱਚ ਉੱਠੀ। ਅਸਲੀਅਤ ਤਾਂ ਬਾਊ ਦੇ ਸਾਹਮਣੇ ਸੀ, ਪਰ ਉਸਦੇ ਅਸਲੀ ਰੂਪ ਨੂੰ ਦੇਖਣ ਤੋਂ ਉਹ ਖੁਦ ਹੀ ਘਬਰਾਉਂਦਾ ਸੀ। ਬਾਊ ਦਿਲ ਹੀ ਦਿਲ ਵਿੱਚ ਕਹਿਣ ਲੱਗਾ, ਸਾਡੇ ਲੋਕਾਂ ਕਰਕੇ ਹੀ ਤਾਂ ਇਹ ਜਿਉਂਦੇ ਨੇ, ਦਿਨ ਵਰਗੇ ਚਿੱਟੇ ਕੱਪੜੇ ਪਾਉਂਦੇ ਨੇ। ਦਰਅਸਲ ਬਾਊ ਨੂੰ ਭੁੱਖ ਲੱਗੀ ਹੋਈ ਸੀ। ਉਹਨਾਂ ਪਕੌੜਿਆਂ ਤੇ ਹਲਵੇ ਪੂਰੀਆਂ ਦੇ ਖਿਆਲਾਂ ਵਿੱਚ ਸੱਚਾਈ ਦੇ ਇਸ ਮਕਰੂ ਰੂਪ ਨੂੰ ਤਾਂ ਕੀ ਉਹ ਆਪਣੇ ਆਪ ਨੂੰ ਵੀ ਭੁੱਲ ਗਿਆ ਸੀ। ਗਰਮਾ ਗਰਮ ਪੂਰੀਆਂ ਦੀ ਸਬਰ ਹਿਲਾ ਦੇਣ ਵਾਲੀ ਖੁਸ਼ਬੂ ਉਸਦੇ ਦਿਮਾਗ ਵਿੱਚ ਘੁਸੜਦੀ ਜਾ ਰਹੀ ਸੀ। ਅਚਾਨਕ ਉਸਦੀ ਨਜ਼ਰ ਉਮਦਾਂ ਉੱਤੇ ਪਈ। ਉਮਦਾਂ ਦੀ ਨਜ਼ਰ ਟੋਕਰੀ ਵਿੱਚ ਘੀ ਨਾਲ ਗੁੜ 'ਚ ਪੂਰੀਆਂ ਦੇ ਨਾਲ ਨਾਲ ਤੁਰੀ ਫਿਰਦੀ ਸੀ। ਜਦੋਂ ਸੁਖਨੰਦਨ ਦੀ ਮਾਂ ਨੇੜੋਂ ਲੰਘੀ ਤਾਂ ਉਸਦਾ ਧਿਆਨ ਖਿੱਚਣ ਲਈ ਉਮਦਾਂ ਬੋਲੀ, ਜਜਮਾਨੀ ਜਰਾ ਹਲਵਾਈ ਨੂੰ ਤਾੜ ਖਾਂ, ਇਹ ਵੇਖਦੇ ਨਹੀਂ ਕਿੰਨਾ ਘਿਓ ਚੋਂਦਾ ਜਾ ਰਿਹਾ ਜ਼ਮੀਨ ਉੱਤੇ। ਜਜਮਾਨੀ ਕੜਕ ਕੇ ਬੋਲੀ, ਓਏ ਕਿਸ਼ਨੂੰ, ਹਲਵਾਈ ਨੂੰ ਕਹਿ ਜ਼ਰਾ ਪੂਰੀਆਂ ਕੜਾਹੀ ਵਿੱਚ ਦਬਾ ਕੇ ਕੱਢੇ। ਬਾਊ ਹੱਸ ਪਿਆ। ਉਮਦਾਂ ਸ਼ਰਮਿੰਦੀ ਜਿਹੀ ਹੋ ਗਈ। ਬਾਊ ਜਾਣਦਾ ਸੀ ਉਮਦਾਂ ਇਹ ਸਭ ਸਿਰਫ ਇਸ ਕਰਕੇ ਕਹਿ ਰਹੀ ਸੀ ਕਿ ਉਸਦਾ ਆਪਣਾ ਜੀ ਪੂਰੀਆਂ ਖਾਣ ਨੂੰ ਕਰ ਰਿਹਾ ਹੈ। ਭਾਵੇਂ ਜਜ਼ਮਾਨੀ ਦਾ ਧਿਆਨ ਖਿੱਚਣ ਵਾਲੇ ਇਸ ਵਾਕ ਤੋਂ ਉਸਦੀ ਇੱਛਾ ਦਾ ਪਤਾ ਨਹੀਂ ਸੀ ਲੱਗ ਰਿਹਾ। ਉਹ ਹੈਰਾਨ ਸੀ ਤੇ ਸੋਚ ਰਿਹਾ ਸੀ ਕਿ ਜਿਸ ਤਰ੍ਹਾਂ ਉਸਨੇ ਉਮਦਾਂ ਦੇ ਉਹਨਾਂ ਅਰਥਹੀਨ ਸ਼ਬਦਾਂ ਵਿੱਚ ਲੁਕੇ ਹੋਏ ਅਸਲੀ ਅਰਥਾਂ ਨੂੰ ਸਮਝ ਲਿਆ ਸੀ, ਕਿ ਇਹ ਵੀ ਸੰਭਵ ਹੈ ਕਿ ਉਸਦੀ ਚੁੱਪ ਤੋਂ ਕੋਈ ਉਸਦੇ ਅੰਦਰ ਦੀ ਗੱਲ ਵੀ ਸਮਝ ਲਵੇ। ਆਖਰ ਚੁੱਪ ਬੋਲਾਂ ਨਾਲੋਂ ਵੱਧ ਅਰਥ ਭਰਪੂਰ ਹੁੰਦੀ ਹੈ। ਉਸ ਵੇਲੇ ਸੁਖਨੰਦਨ ਤੁਲ ਰਿਹਾ ਸੀ, ਸਜਾਏ ਹੋਏ ਕੰਡੇ ਦੇ ਇੱਕ ਪੱਲੜੇ ਵਿੱਚ ਬੈਠਾ, ਚਾਰੇ ਪਾਸੇ ਦੇਖ ਕੇ ਮੁਸਕਰਾਈ ਜਾ ਰਿਹਾ ਸੀ। ਦੂਜੇ ਪਾਸੇ ਕਣਕ ਦਾ ਢੇਰ ਲੱਗਿਆ ਸੀ। ਕਣਕ ਦੇ ਇਲਾਵਾ ਚੌਲ, ਬਾਸਮਤੀ, ਛੋਲੇ, ਮਾਂ, ਰਾਜਮਾ ਤੇ ਹੋਰ ਕਈ ਭਾਂਤ ਦੇ ਅਨਾਜ ਸਨ। ਸੁਖਨੰਦਨ ਨੂੰ ਤੋਲ ਤੋਲ ਕੇ ਲੋਕਾਂ ਨੂੰ ਅਨਾਜ ਵੰਡਿਆ ਜਾ ਰਿਹਾ ਸੀ। ਬਾਊ ਦੀ ਮਾਂ ਨੇ ਵੀ ਪੱਲਾ ਵਿਛਾ ਦਿੱਤਾ। ਉਸ ਨੂੰ ਕਣਕ ਦੀ ਧੜੀ ਮਿਲ ਗਈ। ਉਹ ਸੁਖਨੰਦਨ ਦੀ ਲੰਬੀ ਉਮਰ ਦੀਆਂ ਦੁਆਵਾਂ ਮੰਗਦੀ ਹੋਈ ਉੱਠ ਖੜੀ ਹੋਈ। ਬਾਊ ਨੇ ਨਫ਼ਰਤ ਨਾਲ ਆਪਣੀ ਮਾਂ ਵੱਲ ਵੇਖਿਆ, ਜਿਵੇਂ ਕਹਿ ਰਿਹਾ ਹੋਵੇ, ਤੈਨੂੰ ਕੱਪੜਿਆਂ ਦੀ ਧੁਆਈ ਨਾਲ ਸਬਰ ਨਹੀਂ ਆਉਂਦਾ, ਤਾਈਏ ਤਾਂ ਹਰੇਕ ਦੀ ਮੈਲ ਧੋਣ ਦਾ ਕੰਮ ਦਿੱਤਾ ਤੈਨੂੰ ਰੱਬ ਨੇ, ਤੇ ਤੂੰ ਵੀ ਜਮਾਦਾਰਨੀ ਵਾਂਗ ਜੁੱਤੀਆਂ 'ਚ ਬੈਠਣ ਲੈ ਕੇ ਏ। ਤੇਰੀ ਕੁੱਖ ਵਿੱਚੋਂ ਪੈਦਾ ਹੋਣ ਵਾਲੇ ਬਾਊ ਨੂੰ ਕੜਕ ਦੀ ਧੁੱਪ ਵਿੱਚ ਖੜਾ ਰਹਿਣਾ ਪੈਂਦਾ ਹੈ। ਅੱਗੇ ਵਧਣ 'ਤੇ ਉਹ ਲੋਕ ਉਸ ਨੂੰ ਚਪੇੜਾਂ ਵਿਖਾਉਂਦੇ ਆ। ਹਾਏ ਓਏ, ਤੇਰੀਆਂ ਇਹ ਪਾਟੀਆਂ ਬੇਸ਼ਰਮ ਅੱਖਾਂ ਕਣਕ ਨਾਲ ਨਹੀਂ, ਕਬਰ ਦੀ ਮਿੱਟੀ ਨਾਲ ਭਰਨਗੀਆਂ। ਮਾਂ ਜਦੋਂ ਕੋਲੋਂ ਦੀ ਲੰਘੀ ਤਾਂ ਬਾਊ ਬੋਲਿਆ, ਏ ਯੂ। ਫਿਰ ਸੋਚਣ ਲੱਗਾ, ਰਾਮ ਜਾਣੇ ਮੇਰਾ ਜਨਮ ਦਿਨ ਕਿਉਂ ਨਹੀਂ ਆਉਂਦਾ। ਮੇਰੀ ਮਾਂ ਮੈਨੂੰ ਕਦੀ ਨਹੀਂ ਤੋਲਦੀ। ਜਦੋਂ ਸੁਖਨੰਦਨ ਨੂੰ ਉਸਦੇ ਜਨਮ ਦਿਨ ਉੱਤੇ ਤੋਲ ਕੇ ਅਨਾਜ ਦਾਨ ਕੀਤਾ ਜਾਂਦਾ ਹੈ ਤਾਂ ਉਸ ਦੀਆਂ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਨੇ। ਉਸ ਨੂੰ ਸਰਦੀ ਵਿੱਚ ਬਰਫ਼ ਨਾਲੋਂ ਵੱਧ ਠੰਡੇ ਪਾਣੀ ਤੇ ਗਰਮੀਆਂ ਵਿੱਚ ਸਿਰ ਸਾੜ ਦੇਣ ਵਾਲੀ ਧੁੱਪ ਵਿੱਚ ਖੜਾ ਨਹੀਂ ਹੋਣਾ ਪੈਂਦਾ। ਵਾਲਾਂ ਵਿੱਚ ਲਾਉਣ ਲਈ ਖਾਸ ਲਖਨਊ ਤੋਂ ਮੰਗਵਾਇਆ ਹੋਇਆ ਔਲੇ ਦਾ ਤੇਲ ਮਿਲਦਾ ਹੈ। ਜੇਬ ਪੈਸਿਆਂ ਨਾਲ ਭਰੀ ਰਹਿੰਦੀ ਹੈ। ਉਸ ਦੇ ਉਲਟ ਮੈਂ ਸਾਰਾ ਦਿਨ ਸਾਬਣ ਦੀ ਝੱਗ ਬਣਾਉਂਦਾ ਰਹਿੰਦਾ ਹਾਂ। ਸੁਖਨੰਦਨ ਇਸ ਲਈ ਪਾਣੀ ਦੇ ਬੁਲਬੁਲਿਆਂ ਨੂੰ ਪਸੰਦ ਕਰਦਾ ਹੈ ਕਿ ਉਹ ਬੁਲਬੁਲੇ ਤੇ ਉਹਨਾਂ ਵਿੱਚ ਚਮਕਣ ਵਾਲੇ ਰੰਗ ਉਸ ਨੂੰ ਹਰ ਰੋਜ਼ ਨਹੀਂ ਦੇਖਣੇ ਪੈਂਦੇ। ਇੰਝ ਕੱਪੜੇ ਨਹੀਂ ਧੋਣੇ ਪੈਂਦੇ। ਸੁਖੀ ਦੀ ਦੁਨੀਆ ਨੂੰ ਕਿੰਨੀ ਲੋੜ ਹੈ, ਖਾਸ ਕਰਕੇ ਉਸ ਦੇ ਮਾਂ ਪਿਓ ਨੂੰ। ਮੇਰੇ ਮਾਂ ਪਿਓ ਨੂੰ ਮੇਰੀ ਜ਼ਰਾ ਵੀ ਲੋੜ ਨਹੀਂ ਹੈ, ਨਹੀਂ ਤਾਂ ਉਹ ਮੈਨੂੰ ਵੀ ਜਨਮ ਦਿਨ ਦੇ ਮੌਕੇ ਇੰਝ ਹੀ ਤੋਲਦੇ। ਅਤੇ ਜਦੋਂ ਦੀ ਨਿੱਕੀ ਪੈਦਾ ਹੋਈ ਹੈ, ਕਹਿੰਦੇ ਨੇ ਬਿਨਾਂ ਲੋੜ ਦੇ ਦੁਨੀਆ ਵਿੱਚ ਕੋਈ ਪੈਦਾ ਨਹੀਂ ਹੁੰਦਾ। ਇਹ ਬਾਥੂ ਜਿਹੜਾ ਨਾਲ ਦੀ ਨਾਲ ਉੱਗਿਆ ਹੋਇਆ ਹੈ, ਦੇਖਣ ਨੂੰ ਇੱਕ ਫਜ਼ੂਲ ਜਿਹੀ ਬੂਟੀ ਹੈ। ਜਦੋਂ ਇਹਦੀ ਭੁਰਜੀ ਬਣਦੀ ਹੈ ਤਾਂ ਮਜ਼ਾ ਹੀ ਆ ਜਾਂਦਾ ਹੈ। ਅਤੇ ਪੂਰੀਆਂ। ਬਾਊ ਦੀ ਮਾਂ ਨੇ ਆਵਾਜ਼ ਮਾਰੀ, ਬਾਬੂ, ਓ ਬਾਊ, ਬਾਊ ਓਏ, ਬਾਊ, ਓ ਬਾਊ ਓਏ। ਉਸ ਵੇਲੇ ਸੁਖਨੰਦਨ ਬਾਊ ਵੱਲ ਵੇਖ ਕੇ ਮੁਸਕਰਾ ਰਿਹਾ ਸੀ। ਹੁਣ ਬਾਊ ਨੂੰ ਉਮੀਦ ਹੋਈ ਕਿ ਉਹ ਰੱਜ ਕੇ ਦਾਵਤ ਖਾ ਸਕੇਗਾ। ਬਾਊ ਉਸ ਚੁਭਣ ਵਾਲੀ ਧੁੱਪ ਨੂੰ ਵੀ ਭੁੱਲ ਗਿਆ, ਜਿਹੜੀ ਮੀਂਹ ਪਿੱਛੋਂ ਥੋੜ੍ਹੇ ਸਮੇਂ ਲਈ ਨਿਕਲਦੀ ਹੈ ਅਤੇ ਓਨੇ ਚਿਰ ਵਿੱਚ ਹੀ ਆਪਣੀ ਸਾਰੀ ਗਰਮੀ ਵਿਖਾ ਦੇਣਾ ਚਾਹੁੰਦੀ ਹੈ। ਉਸ ਨੇ ਮਾਂ ਦੀ ਆਵਾਜ਼ ਉੱਤੇ ਕੰਨ ਨਾ ਧਰਿਆ, ਅਤੇ ਕੰਨ ਧਰਦਾ ਵੀ ਕਿਉਂ। ਮਾਂ ਨੂੰ ਉਸ ਦੀ ਕੀ ਲੋੜ ਸੀ। ਲੋੜ ਹੁੰਦੀ ਤਾਂ ਉਸ ਦਾ ਜਨਮ ਦਿਨ ਨਾ ਮਨਾਉਂਦੀ। ਉਹ ਤਾਂ ਸ਼ਾਇਦ ਉਸ ਦਿਨ ਨੂੰ ਰੋਂਦੀ ਹੋਵੇਗੀ ਜਿਸ ਦਿਨ ਉਹ ਜੰਮ ਪਿਆ ਸੀ।
ਵੈਸੇ ਬਾਥੂ ਦੀ ਭੁਰਜੀ ਖਾਸੀ ਸਵਾਦ ਹੁੰਦੀ ਹੈ। ਬਾਊ, ਓਏ ਉਹ ਬਾਊ ਦੇ ਬੱਚੇ, ਸੁਣਦਾ ਕਿਉਂ ਨਹੀਂ? ਬਾਊ ਦੀ ਮਾਂ ਦੀ ਆਵਾਜ਼ ਆਈ। ਬਾਊ ਜਾ, ਅਜੇ ਮੈਂ ਨਹੀਂ ਆ ਸਕਦਾ, ਸੁਖਨੰਦਨ ਨੇ ਕਿਹਾ ਤੇ ਫਿਰ ਇੱਕ ਦੱਬੀ ਆਵਾਜ਼ ਵਿੱਚ ਆਪਣੇ ਸੁਰਖ ਸੂਹੇ ਕੋਟ 'ਤੇ ਬਾਊ ਵੱਲ ਵੇਖਦਾ ਬੋਲਿਆ, ਕੱਲ੍ਹ ਆਵੀਂ ਭਰਾ। ਵੇਖਦਾ ਨਹੀਂ ਪਿਆ, ਅੱਜ ਮੈਨੂੰ ਵੇਲ ਨਹੀਂ ਹੈ, ਜਾ। ਉਮਦਾਂ ਨੂੰ ਪੂਰੀਆਂ ਮਿਲ ਗਈਆਂ ਸਨ। ਉਹ ਜਜ਼ਮਾਨੀ ਨੂੰ ਫਰਸ਼ੀ ਸਲਾਮ ਕਰ ਰਹੀ ਸੀ। ਬਾਊ ਨੇ ਸੋਚਿਆ ਸੀ ਸ਼ਾਇਦ ਮੁਸਕਰਾਉਂਦਾ ਹੋਇਆ ਸੁਖਨੰਦਨ ਉਸ ਦੀ ਚੁੱਪ ਵਿੱਚੋਂ ਉਸ ਦੇ ਮਨ ਦੀ ਗੱਲ ਤਾੜ ਲਵੇਗਾ। ਪਰ ਸੁਖਨੰਦਨ ਨੂੰ ਅੱਜ ਬਾਊ ਦਾ ਧਿਆਨ ਕਿੰਝ ਆ ਸਕਦਾ ਸੀ? ਅੱਜ ਹਰ ਛੋਟੇ ਵੱਡੇ ਨੂੰ ਸੁਖੀ ਦੀ ਲੋੜ ਸੀ, ਪਰ ਸੁਖੀ ਨੂੰ ਕਿਸੇ ਦੀ ਲੋੜ ਨਹੀਂ ਸੀ। ਆਪਣਾ ਵਡੱਪਣ ਤੇ ਬਾਊ ਦੇ ਸਾਦੇ ਸੜੇ ਟਾਟ ਵਰਗੇ ਕੱਪੜਿਆਂ ਨੂੰ ਦੇਖ ਕੇ ਸ਼ਾਇਦ ਉਹ ਉਸ ਨੂੰ ਨਫ਼ਰਤ ਕਰਨ ਲੱਗਾ ਸੀ। ਆਪਣੇ ਆਦੀ ਸੁਭਾਅ ਦਾ ਪ੍ਰਦਰਸ਼ਨ ਕਰਕੇ ਉਸਨੇ ਜਿਵੇਂ ਬਾਊ ਦੀ ਰਹੀ ਸਹੀ ਹਿੰਮਤ ਵੀ ਮਿੱਟੀ ਵਿੱਚ ਮਿਲਾ ਦਿੱਤੀ ਸੀ। ਫਿਰ ਬਾਊ ਦੀ ਮਾਂ ਦੀ ਕੁਰਖਤ ਆਵਾਜ਼ ਆਈ, ਬਾਊ ਤੇਰਾ ਸਤਿਆਨਾਸ, ਬੇ ਮੌਤਰੀ ਮਾਰਿਆ, ਨਿਕਲ ਆਏ ਤੇਰੇ ਮਾਤਾ ਕਾਲੀ, ਆਉਂਦਾ ਕਿਉਂ ਨਹੀਂ? 200 ਕੱਪੜੇ ਪਏ ਐ ਲੰਬਰ ਲਾਉਣ ਵਾਲੇ, ਤਾਂ ਰੋ ਰਹੀਆਂ ਤੇਰੀ ਜਾਨ ਨੂੰ। ਬਾਊ ਨੂੰ ਇੰਝ ਮਹਿਸੂਸ ਹੋਇਆ ਕਿ ਨਾ ਸਿਰਫ ਸੁਖਨੰਦਨ ਨੇ ਹੀ ਉਸ ਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈ ਤੇ ਉਹ ਉਸ ਨਾਲ ਕਦੇ ਨਹੀਂ ਖੇਡੇਗਾ, ਬਲਕਿ ਉਸ ਦੀ ਮਾਂ ਵੀ, ਜਿਸ ਦੇ ਪੇਟੋਂ ਉਹ ਐਵੇਂ ਹੀ ਪੈਦਾ ਹੋਇਆ ਸੀ, ਜਿਸ ਤੋਂ ਉਸ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਪਿਆਰ ਦੀ ਉਮੀਦ ਸੀ, ਉਸ ਨਾਲ ਅਜਿਹਾ ਸਲੂਕ ਕਰ ਰਹੀ ਹੈ। ਕਾਸ਼ ਮੈਂ ਇਸ ਦੁਨੀਆ ਵਿੱਚ ਪੈਦਾ ਹੀ ਨਾ ਹੋਇਆ ਹੁੰਦਾ। ਜੇ ਹੁੰਦਾ ਤਾਂ ਇੰਝ ਬਾਊ ਨਾ ਹੁੰਦਾ ਤੇ ਮੇਰੀ ਮਿੱਟੀ ਇੰਝ ਖਰਾਬ ਨਾ ਹੁੰਦੀ। ਕੀ ਮੈਂ ਸੁਖੀ ਨਾਲੋਂ ਅਕਲ ਤੇ ਸ਼ਕਲ ਵਿੱਚ ਵੱਧ ਚੜ੍ਹ ਕੇ ਨਹੀਂ? ਸੁਖਨੰਦਨ ਦੇ ਜਨਮ ਦਿਨ ਨੂੰ 1 ਮਹੀਨਾ ਹੋ ਗਿਆ। ਤੁਲਾਦਾਨ ਵਿੱਚ ਆਈ ਹੋਈ ਕਣਕ ਪਿਸ ਕੇ ਉਹਦੀ ਰੋਟੀ ਬਣੀ। ਬਾਊ ਦੇ ਮਾਂ-ਬਾਪ ਨੇ ਖਾਧੀ, ਪਰ ਬਾਊ ਨੇ ਉਹ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਜਿੰਨੀ ਦੇਰ ਤੁਲਾਦਾਨ ਦਾ ਆਟਾ ਘਰੇ ਰਿਹਾ, ਉਹ ਰੋਟੀ ਆਪਣੇ ਚਾਚੇ ਕੇ ਖਾਂਦਾ ਰਿਹਾ। ਉਹ ਨਹੀਂ ਸੀ ਚਾਹੁੰਦਾ ਕਿ ਜਿਸ ਤਰ੍ਹਾਂ ਮੰਗੀਆਂ ਤੰਗੀਆਂ ਚੀਜ਼ਾਂ ਖਾ ਕੇ ਉਸ ਦੇ ਮਾਂ-ਪਿਓ ਦੀ ਸੋਚ ਗੁਲਾਮਾਂ ਵਰਗੀ ਹੋਈ ਪਈ ਹੈ, ਉਸ ਵਿੱਚ ਵੀ ਉਹ ਰੋਟੀ ਖਾ ਕੇ ਉਹ ਅੰਸ਼ ਪੈਦਾ ਹੋ ਜਾਵੇ। ਗਾੜੇ ਪਸੀਨੇ ਦੀ ਕਮਾਈ ਹੋਈ ਰੋਟੀ ਵਿੱਚੋਂ ਤਾਂ ਦੁੱਧ ਚੋਂਦਾ ਹੈ, ਪਰ ਹਰਾਮ ਦੀ ਕਮਾਈ ਵਿੱਚੋਂ ਲਹੂ, ਤੇ ਗੁਲਾਮੀ ਲਹੂ ਬਣ ਕੇ ਉਸ ਦੀਆਂ ਰਗਾਂ ਵਿੱਚ ਸਮਾ ਜਾਏ, ਇਹ ਕਦੇ ਨਹੀਂ ਹੋਵੇਗਾ। ਸਾਧੂ ਰਾਮ ਹੈਰਾਨ ਸੀ, ਬਾਊ ਦੀ ਮਾਂ ਹੈਰਾਨ ਸੀ, ਚਾਚਾ ਜਿਸ ਉੱਤੇ ਉਹਦੀ ਰੋਟੀ ਦਾ ਜਬਰੀ ਬੋਝ ਪੈ ਗਿਆ ਸੀ ਉਹ ਵੀ ਹੈਰਾਨ ਸੀ। ਚਾਚੀ ਨੱਕ ਬੁੱਲ ਵੱਟਦੀ ਸੀ ਤੇ ਜਦੋਂ ਘਰੇ ਇਸ ਅਨੋਖੇ ਬਾਈਕਾਟ ਦਾ ਚਰਚਾ ਹੁੰਦਾ ਤਾਂ ਸਾਧੂ ਰਾਮ ਯਕਦਮ ਕੱਪੜਿਆਂ ਉੱਤੇ ਨੰਬਰ ਲਾਉਣੇ ਛੱਡ ਦਿੰਦਾ ਤੇ ਪੀਲੇ ਪੀਲੇ ਦੰਦ ਕੱਢਦਾ ਹੋਇਆ ਕਹਿੰਦਾ, ਖੀ ਬਾਊ ਆ ਨਾ। ਸੁਖਨੰਦਨ ਨੇ ਹੁਣ ਬਾਊ ਵਿੱਚ ਇੱਕ ਸਪਸ਼ਟ ਤਬਦੀਲੀ ਵੇਖੀ। ਬਾਊ ਜਿਸ ਦਾ ਕੰਮ ਤੋਂ ਜੀ ਅੱਕਿਆ ਰਹਿੰਦਾ ਸੀ, ਹੁਣ ਸਾਰਾ ਦਿਨ ਘਾਟ ਉੱਤੇ ਆਪਣੇ ਮਾਂ-ਪਿਓ ਦਾ ਹੱਥ ਵੰਡਾਉਂਦਾ। ਬਾਊ ਹੁਣ ਉਸ ਦੇ ਨਾਲ ਨਹੀਂ ਸੀ ਖੇਡਦਾ। ਹਰੀਕੇ ਤਲਾਅ ਕਿਨਾਰੇ ਇੱਕ ਵੱਡੀ ਸਾਰੀ ਕਰੋਟਨ ਝੀਲ ਹੇਠ ਸਕੂਲੋਂ ਵਾਪਸ ਆਉਣ ਪਿੱਛੋਂ ਉਹ ਤੇ ਉਸ ਦੇ 2 ਸਾਥੀ ਪੱਤਾ ਮੰਗ ਖੇਡਦੇ ਹੁੰਦੇ ਸਨ। ਹੁਣ ਉਹ ਜਗ੍ਹਾ ਬਿਲਕੁਲ ਖਾਲੀ ਰਹਿੰਦੀ ਸੀ। ਨੇੜੇ ਬੈਠਾ ਇੱਕ ਸਾਧੂ, ਜਿਸ ਦੀ ਕੁਟੀਆ ਵਿੱਚ ਬੱਚੇ ਆਪਣੇ ਬਸਤੇ ਰੱਖ ਦਿੰਦੇ ਸਨ, ਕਦੀ ਕਦੀ ਚਰਚ ਦਾ ਇੱਕ ਲੰਮਾ ਸੂਟਾ ਖਿੱਚਦਿਆਂ ਪੁੱਛ ਲੈਂਦਾ, ਬੇਟਾ ਹੁਣ ਕਿਉਂ ਨਹੀਂ ਆਉਂਦੇ ਖੇਡਣ? ਤੇ ਸੁਖਨੰਦਨ ਕਹਿੰਦਾ, ਬਾਊ ਗੁੱਸੇ ਹੋ ਗਿਆ ਬਾਬਾ। ਫਿਰ ਮਹਾਤਮਾ ਜੀ ਹੱਸਦੇ ਤੇ ਚਰਚ ਦਾ ਉਲਟਾ ਦੇਣ ਵਾਲਾ ਸੂਟਾ ਲਾਉਂਦੇ ਤੇ ਖੰਘਦੇ ਹੋਏ ਕਹਿੰਦੇ, ਓਹ ਵਾਹ ਓਏ ਪੱਠਿਆ, ਆਖਰ ਖਰਾ ਬਾਊ ਜੋ ਹੋਇਆ ਤੂੰ। ਉਸ ਸਮੇਂ ਸੁਖਨੰਦਨ ਗਰੂਰ ਨਾਲ ਕਹਿੰਦਾ, ਆਕੜਿਆ ਬਾਊ ਤਾਂ ਆਕੜਾ ਰਹੇ, ਉਹਦੀ ਔਕਾਤ ਕੀ ਹੈ ਧੋਬੀ ਦੇ ਬੱਚੇ ਦੀ। ਪਰ ਬੱਚਿਆਂ ਨੂੰ ਆਪਣੇ ਨਾਲ ਖੇਡਣ ਲਈ ਕੋਈ ਤਾਂ ਚਾਹੀਦਾ ਹੀ ਹੈ। ਖੇਡ ਵਿੱਚ ਕਿਸੇ ਵੀ ਜਾਤ ਪਾਤ ਤੇ ਦਰਜੇ ਦੀ ਸ਼ਰਤ ਨਹੀਂ ਹੁੰਦੀ। ਅਸਲੀਅਤ ਵਿੱਚ ਕੁਝ ਸਾਲਾਂ ਦੀ ਤਾਂ ਗੱਲ ਸੀ, ਕਿਉਂਕਿ ਇੱਕੋ ਜਿਹੇ ਨੰਗੇ ਪੈਦਾ ਹੋਏ ਸਨ ਉਹ ਦੋਵੇਂ, ਤੇ ਉਸ ਵੇਲੇ ਤਾਈਂ ਉਹਨਾਂ ਵਿੱਚ ਨਦਾਰ, ਲਖਪਤੀ, ਮਹਾਬ੍ਰਾਹਮਣ, ਭਨੋਟ, ਹਰੀਜਨ ਤੇ ਇਸ ਕਿਸਮ ਦੀਆਂ ਫਜ਼ੂਲ ਗੱਲਾਂ ਬਾਰੇ ਸੋਚਣ ਤੇ ਬਹਿਸ ਕਰਨ ਦਾ ਗੁਣ ਵੀ ਨਹੀਂ ਸੀ ਪੈਦਾ ਹੋਇਆ। ਸੁਖਨੰਦਨ ਆਪਣੀ ਸਾਰੀ ਨਕਲੀ ਆਕੜ ਦੀ ਕੁੰਜ ਲਾ ਕੇ ਬਾਊ ਕੇ ਘਰ ਗਿਆ। ਬਾਊ ਉਸ ਸਮੇਂ ਸਾਰਾ ਦਿਨ ਕੰਮ ਕਰਕੇ ਥੱਕਿਆ ਤੇ ਸੁੱਤਾ ਪਿਆ ਸੀ। ਮਾਂ ਨੇ ਝੰਜੋੜ ਕੇ ਉਠਾਇਆ, ਉੱਠ ਬੇਟਾ, ਹੁਣ ਖੇਡਣ ਕਦੀ ਨਹੀਂ ਜਾਣਾ ਕਿ ਸੁਖੀ ਆਇਆ। ਬਾਊ ਅੱਖਾਂ ਮਲਦਾ ਹੋਇਆ ਉੱਠਿਆ। ਮੰਜੇ ਦੇ ਹੇਠਾਂ ਉਸਨੇ ਬਹੁਤ ਸਾਰੇ ਮੈਲੇ ਕੁਚੇਲੇ ਤੇ ਸਾਫ ਸੁਥਰੇ ਕੱਪੜੇ ਦੇਖੇ, ਕੱਪੜੇ ਜਿਹੜੇ ਜਨਮ ਤੋਂ ਹੀ ਹਰੇਕ ਸੁਖਨੰਦਨ ਤੇ ਬਾਊ ਦੇ ਵਿਚਕਾਰ ਇੱਕ ਫਰਕ ਤੇ ਫਿਰਕਾ ਪੈਦਾ ਕਰ ਦਿੰਦੇ ਨੇ। ਬਾਊ ਮੰਜੀ ਤੋਂ ਹੇਠਾਂ ਫਰਸ਼ ਉੱਤੇ ਖਿਲਰੇ ਕੱਪੜਿਆਂ ਉੱਪਰ ਖੜਾ ਹੋ ਗਿਆ। ਦਿਲ ਵਿੱਚ ਇੱਕ ਆਨੰਦਮਈ ਗੁਦਗੁਦੀ ਜਿਹੀ ਹੋਈ। ਕਈ ਦਿਨਾਂ ਦਾ ਉਹ ਖੇਡਣ ਨਹੀਂ ਸੀ ਗਿਆ ਤੇ ਹੁਣ ਸ਼ਾਇਦ ਆਪਣੀ ਇਸੇ ਹੈਂਕੜ ਕਰਕੇ ਪਛਤਾ ਰਿਹਾ ਸੀ। ਬਾਊ ਦਾ ਦਿਲ ਤਾਂ ਕੀਤਾ ਕਿ ਛਾਲ ਮਾਰ ਕੇ ਵਰਾਂਡੇ ਵਿੱਚੋਂ ਨਿਕਲ ਜਾਏ ਤੇ ਸੁਖੀ ਨੂੰ ਜਾ ਜੱਫੀ ਪਾਏ। ਕਿ ਕਦੀ ਇਨਸਾਨ ਲਈ ਇਨਸਾਨ ਦੀ ਮੁਹੱਬਤ ਕੱਪੜਿਆਂ ਦੀ ਹੱਦ ਤੋਂ ਬਾਹਰ ਨਹੀਂ ਜਾ ਸਕਦੀ? ਕਿ ਸੁਖੀ ਕੁੰਜ ਨਹੀਂ ਲਾ ਆਇਆ ਸੀ? ਕੀ ਬਾਊ ਚਾਹੁੰਦਾ ਸੀ ਕਿ ਦੋਵੇਂ ਭਰਾ ਰਹੇ ਸਹੇ ਕੱਪੜੇ ਵੀ ਲਾ ਕੇ ਇੱਕ ਸਾਰ ਹੋ ਜਾਣ ਤੇ ਖੂਬ ਖੇਡਣ?
ਵਰਾਂਡੇ ਵਿੱਚ ਕਬੂਤਰਾਂ ਦੇ ਖੁੱਡੇ ਦੇ ਪਿੱਛੇ ਲੱਗੀ ਜਾਲੀ ਵਿੱਚੋਂ ਹੁੰਦੀ ਹੋਈ ਬਾਊ ਦੀ ਨਿਗਾਹ ਸੁਖੀ ਉੱਤੇ ਜਾ ਪਈ, ਜਿਹੜਾ ਉਮੀਦ ਭਰੀਆਂ ਨਿਗਾਹਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਉੱਤੇ ਗੱਡੀ ਖੜਾ ਸੀ। ਯਕਦਮ ਬਾਊ ਨੂੰ ਸੁਖੀ ਦੇ ਜਨਮ ਦਿਨ ਵਾਲੀ ਗੱਲ ਯਾਦ ਆ ਗਈ। ਉਹ ਮਨ ਮਹਿਸੂਸ ਕੇ ਰਹਿ ਗਿਆ। ਕਬੂਤਰਾਂ ਦੇ ਖੁੱਡੇ ਵਿੱਚ ਉਸ ਨੂੰ ਬਹੁਤ ਸਾਰੀਆਂ ਬਿੱਠਾਂ ਨਜ਼ਰ ਆ ਰਹੀਆਂ ਸਨ। ਬਹੁਤ ਸਾਰੇ ਸਿਰਾਜ, ਲੱਕੇ ਅਤੇ ਦੇਸੀ ਨਸਲ ਦੇ ਕਬੂਤਰ ਕੂੰ ਕਰਦੇ ਹੋਏ ਆਪਣੀਆਂ ਧੌਣਾਂ ਫੁਲਾ ਰਹੇ ਸਨ। ਇੱਕ ਨਰ ਫੁੱਲ ਕੇ ਇੱਕ ਮਾਦਾ ਨੂੰ ਰੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਊ ਨੇ ਵੀ ਆਪਣੀ ਗਰਦਨ ਫੁਲਾਈ ਅਤੇ ਕੂੰ ਦੀ ਆਵਾਜ਼ ਪੈਦਾ ਕਰਦਾ ਹੋਇਆ ਵਾਪਸ ਮੰਜੀ ਉੱਤੇ ਜਾ ਲੇਟਿਆ। ਫਿਰ ਉਸ ਨੂੰ ਖਿਆਲ ਆਇਆ ਸੁੱਕੀ ਧੁੱਪ ਵਿੱਚ ਖੜਾ ਪੁੱਜ ਰਿਹਾ ਹੈ। ਫਿਰ ਉਹਨੇ ਮਨ ਇੱਕ ਪੱਕਾ ਫੈਸਲਾ ਕੀਤਾ ਅਤੇ ਅੱਖਾਂ ਬੰਦ ਕਰਕੇ ਪੈ ਗਿਆ। ਆਖਰ ਉਹ ਵੀ ਤਾਂ ਕਿੰਨਾ ਹੀ ਚਿਰ ਉਹਨਾਂ ਦੇ ਵਿਹੜੇ ਵਿੱਚ ਬਰਸਾਤਾਂ ਪਿੱਛੋਂ ਨਿਕਲੀ ਤਿੱਖੀ ਧੁੱਪ 'ਚ ਖੜਾ ਰਿਹਾ ਸੀ ਅਤੇ ਉਸਨੇ ਉਸ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਅਮੀਰਜ਼ਾਦ ਹੋਏਗਾ ਤਾਂ ਆਪਣੇ ਘਰੇ, ਉਸ ਨੂੰ ਕਹਿ ਦੇ ਮਾਂ ਉਹ ਨਹੀਂ ਆਉਂਦਾ, ਕਹਿ ਦੇ ਉਹਨੂੰ ਵੇਲ ਨਹੀਂ ਹੈ। ਬਾਊ ਨੇ ਕਿਹਾ। ਸ਼ਰਮ ਤਾਂ ਨਹੀਂ ਆਉਂਦੀ ਤੈਨੂੰ? ਮਾਂ ਨੇ ਕਿਹਾ। ਏਡੇ ਵੱਡੇ ਸੇਠਾਂ ਦਾ ਮੁੰਡਾ ਤੈਨੂੰ ਬੁਲਾਉਣ ਆਇਆ ਅਤੇ ਤੂੰ ਪਿਆ ਗਧੇ ਵਾਂਗੂ। ਬਾਊ ਨੇ ਮੋਢੇ ਮਾਰਦਿਆਂ ਕਿਹਾ, ਸੱਚ ਆਖਾਂ ਮਾਂ, ਮੈਂ ਜਾਣਦਾ ਮੇਰੀ ਕਿਸੇ ਨੂੰ ਵੀ ਲੋੜ ਨਹੀਂ, ਬਹੁਤਾ ਬੋਲੇਂਗੀ ਤਾਂ ਮੈਂ ਕਿਧਰੇ ਨਿਕਲ ਜਾਵਾਂਗਾ। ਮਾਂ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਦੋਂ ਹੀ ਨਿੱਕੀ ਉੱਚੀ ਰੋਣ ਲੱਗ ਪਈ ਅਤੇ ਮਾਂ ਉਸ ਨੂੰ ਦੁੱਧ ਪਿਲਾਉਣ ਵਿੱਚ ਰੁੱਝ ਗਈ। ਬੁਦਈ ਅਤੇ ਪੁਰਵਾ ਵਿੱਚ ਸੀਤਲਾ ਦਾ ਜ਼ੋਰ ਸੀ। ਪੁਰਵਾ ਦੀਆਂ ਔਰਤਾਂ ਬਾਂਦਰੀਆਂ ਵਾਂਗ ਆਪੋ ਆਪਣੇ ਬੱਚਿਆਂ ਨੂੰ ਕਾਲਜੇ ਨਾਲ ਲਾਈ ਫਿਰਦੀਆਂ ਸਨ, ਕਿਤੇ ਪਰਛਾਵਾਂ ਨਾ ਪੈ ਜਾਏ। ਅਤੇ ਸੀਤਲਾ ਮਾਤਾ ਤਾਂ ਉਂਝ ਵੀ ਬੜੀ ਗੁਸੈਲ ਹੈ। ਡਾਲ ਚੰਦ ਦੀ ਕੁੜੀ, ਮਹਾਂਬ੍ਰਾਹਮਣ ਦੇ 2 ਭਤੀਜੇ, ਸਾਰਿਆਂ ਨੂੰ ਸੀਤਲਾ ਮਾਤਾ ਨੇ ਦਰਸ਼ਨ ਦਿੱਤੇ। ਉਹਨਾਂ ਦੀਆਂ ਮਾਵਾਂ ਘੰਟਿਆਂ ਬੱਧੀ ਉਹਨਾਂ ਦੇ ਸਿਰਹਾਣੇ ਸੁੱਚੇ ਮੋਤੀਏ ਦੇ ਹਾਰ ਰੱਖ ਕੇ ਬੈਠੀਆਂ ਗੋਰੀ ਮਾਈ ਗਾਉਂਦੀਆਂ ਰਹੀਆਂ ਅਤੇ ਦੇਵੀ ਮਾਤਾ ਨੂੰ ਪ੍ਰਾਰਥਨਾ ਕਰਦੀਆਂ ਰਹੀਆਂ ਸੀ ਕਿ ਉਹਨਾਂ ਉੱਤੇ ਆਪਣਾ ਗੁੱਸਾ ਨਾ ਕੱਢੇ। ਜਦੋਂ ਬੱਚੇ ਰਾਜੀ ਹੋ ਗਏ ਤਾਂ ਮੰਦਰ ਵਿੱਚ ਮੱਥਾ ਟਿਕਾਉਣ ਲੈ ਗਈਆਂ। ਮਾਤਾ ਤਾਂ ਹਰੇਕ ਇੱਛਾ ਪੂਰੀ ਕਰਦੀ ਸੀ। ਜਦੋਂ ਸੀਤਲਾ ਦਾ ਗੁੱਸਾ ਟਲਿਆ ਅਤੇ ਹਵਾ ਕੁਝ ਘੱਟ ਹੋਈ ਤਾਂ ਪੁਰਵਾ ਵਾਲਿਆਂ ਨੇ ਸੀਤਲਾ ਦੀ ਮੂਰਤੀ ਬਣਵਾਈ, ਉਸ ਨੂੰ ਖੂਬ ਸਜਾਇਆ। ਸੁਖਨੰਦਨ ਦੇ ਪਿਓ ਨੇ ਮੂੰਗੇ ਦੀ ਮਾਲਾ ਸੀਤਲਾ ਮਾਤਾ ਦੇ ਗਲ ਵਿੱਚ ਪਾਈ। ਸਭਨਾਂ ਨੇ ਮਿਲ ਕੇ ਇੱਜ਼ਤ ਮਾਣ ਨਾਲ ਮਾਤਾ ਨੂੰ ਮੰਦਰ ਵਿੱਚੋਂ ਕੱਢਿਆ ਅਤੇ ਇੱਕ ਸਜੀ ਹੋਈ ਬਾਹਲੀ ਵਿੱਚ ਬਿਰਾਜਮਾਨ ਕੀਤਾ ਅਤੇ ਬਾਹਲੀ ਨੂੰ ਤਰੀਕ ਦੇ ਘਸੀਟਦੇ ਹੋਏ ਪਿੰਡੋਂ ਬਾਹਰ ਛੱਡਣ ਲਈ ਲੈ ਗਏ। ਪੁਰਵਾ ਦੇ ਸਾਰੇ ਬੱਚੇ ਬੁੱਢੇ ਜਲੂਸ ਵਿੱਚ ਸ਼ਾਮਲ ਹੋਏ। ਪਿੱਤਲ ਦੀਆਂ ਖੜਤਾਲਾਂ, ਢੋਲ, ਟਮਕਾਂ ਵੱਜਦੇ ਜਾ ਰਹੇ ਸਨ। ਲੋਕ ਚਾਹੁੰਦੇ ਸਨ ਕਰੋਧੀ ਮਾਤਾ ਨੂੰ ਹਰੀਏ ਕੇ ਤਲਾਅ ਕੋਲ ਮਹਾਤਮਾ ਜੀ ਦੀ ਕੁਟੀਆ ਦੇ ਨੇੜੇ ਉਹਨਾਂ ਦੀ ਨਿਗਰਾਨੀ ਵਿੱਚ ਛੱਡ ਦਿੱਤਾ ਜਾਵੇ, ਤਾਂ ਕਿ ਮਾਤਾ ਇਸ ਪਿੰਡ ਵਿੱਚੋਂ ਕਿਸੇ ਹੋਰ ਪਿੰਡ ਵੱਲ ਮੂੰਹ ਨਾ ਕਰੇ। ਉਹ ਮਾਤਾ ਨੂੰ ਖੁਸ਼ੀ ਰਵਾਨਾ ਕਰਨਾ ਚਾਹੁੰਦੇ ਸਨ ਤਾਂ ਕਿ ਉਹਨਾਂ ਉੱਤੇ ਉਲਟੀ ਨਾ ਆਣ ਪਵੇ। ਸੁਖੀ ਵੀ ਜਲੂਸ ਦੇ ਨਾਲ ਗਿਆ। ਬਾਊ ਵੀ ਸ਼ਾਮਲ ਹੋ ਗਿਆ। ਨਾ ਬਾਊ ਦੀ ਸੁਖੀ ਨੂੰ ਬੁਲਾਉਣ ਦੀ ਹਿੰਮਤ ਹੋਈ, ਨਾ ਸੁਖ ਦੀ ਬਾਊ ਨੂੰ। ਹਾਂ, ਕਦੀ ਉਹ ਇੱਕ ਦੂਜੇ ਵੱਲ ਚੋਰ ਅੱਖ ਨਾਲ ਦੇਖ ਜ਼ਰੂਰ ਲੈਂਦੇ ਸਨ। ਹਰੀਏ ਕੇ ਤਲਾਅ ਦੇ ਨੇੜੇ ਹੀ ਧੋਬੀ ਘਾਟ ਸੀ। ਇੱਕ ਛੋਟੀ ਜਿਹੀ ਨਹਿਰ ਰਾਹੀਂ ਤਲਾਅ ਦਾ ਪਾਣੀ ਘਾਟ ਵੱਲ ਖਿੱਚ ਲਿਆ ਜਾਂਦਾ ਸੀ। ਘਾਟ ਸੀ ਬੜਾ ਲੰਮਾ ਚੌੜਾ। ਨੇੜੇ ਤੇੜੇ ਦੇ ਕਈ ਪਿੰਡਾਂ ਦੇ ਧੋਬੀ ਉੱਥੇ ਕੱਪੜੇ ਧੋਣ ਆਉਂਦੇ ਸਨ ਅਤੇ ਉਸੇ ਘਾਟ ਉੱਤੇ ਬਾਊ ਅਤੇ ਉਹਨਾਂ ਦਾ ਓੜਮਾ ਕੋੜਮਾ ਆਉਂਦਾ ਸੀ। ਉੱਥੇ ਹੀ ਉਹ ਸਾਰੇ ਇੱਕ ਗਾਣਾ ਉਸੇ ਪੁਰਾਣੀ ਸੁਰ ਤਾਲ ਵਿੱਚ ਗਾਉਂਦੇ ਹੋਏ ਕੱਪੜੇ ਧੋਈ ਜਾਂਦੇ। ਇੱਕ ਦਿਨ ਘਾਟ ਉੱਤੇ ਸਾਰਾ ਦਿਨ ਬਾਊ ਸੁਖੀ ਦੇ ਬਗੈਰ ਖੜਾ ਸੁੰਨਾ ਜਿਹਾ ਮਹਿਸੂਸ ਕਰਦਾ ਰਿਹਾ। ਕਦੀ ਇਕੱਲਾ ਹੀ ਕਰੋਟਨ ਝੀਲ ਦੇ ਵਲ ਖਾਂਦੇ ਟਾਹਣਿਆਂ ਉੱਤੇ ਚੜ੍ਹ ਜਾਂਦਾ, ਜਿਵੇਂ ਸੁਖੀ ਨਾਲ ਫੜਨ ਫੜਾਈ ਖੇਡ ਰਿਹਾ ਹੋਵੇ। ਖੇਡ ਵਿੱਚ ਮਜ਼ਾ ਨਾ ਆਇਆ ਤਾਂ ਇੱਟਾਂ ਦੇ ਢੇਰ ਵਿੱਚ ਰੱਖੀ ਸੀਤਲਾ ਮਾਤਾ ਦੀ ਮੂਰਤੀ ਨੂੰ ਦੇਖਣ ਲੱਗਾ ਅਤੇ ਪੁੱਛਣ ਲੱਗਾ ਕਿ ਉਹ ਇਸ ਪਿੰਡ ਵਿੱਚੋਂ ਚਲੀ ਗਈ ਹੈ ਜਾਂ ਨਹੀਂ। ਮਾਤਾ ਕੁਝ ਗੁੱਸੇ ਵਿੱਚ ਦਿਖਾਈ ਦਿੱਤੀ। ਸ਼ਾਮ ਨੂੰ ਬਾਊ ਘਰ ਆਇਆ ਤਾਂ ਉਸਨੂੰ ਹਲਕਾ ਬੁਖਾਰ ਸੀ, ਜਿਹੜਾ ਵੱਧ ਗਿਆ। ਬਾਊ ਨੂੰ ਆਪਣੀ ਸੁੱਧ ਨਾ ਰਹੀ। ਇੱਕ ਵਾਰੀ ਬਾਊ ਨੂੰ ਹੋਸ਼ ਆਇਆ ਤਾਂ ਦੇਖਿਆ ਮਾੜੇ ਮੋਤੀਏ ਦਾ ਇੱਕ ਹਾਰ ਉਹਦੇ ਮੰਜੇ ਉੱਤੇ ਰੱਖਿਆ ਹੋਇਆ ਸੀ। ਨੇੜੇ ਹੀ ਠੰਡੇ ਪਾਣੀ ਦਾ ਭਰਿਆ ਹੋਇਆ ਇੱਕ ਕੋੜਾ ਘੜਾ ਪਿਆ ਸੀ। ਘੜੇ ਉੱਤੇ ਵੀ ਮੋਤੀਏ ਦੇ ਹਾਰ ਰੱਖੇ ਸਨ ਅਤੇ ਮਾਂ ਇੱਕ ਨਵਾਂ ਖਰੀਦਿਆ ਹੋਇਆ ਪੱਖਾ ਹੌਲੀ ਹਿਲਾ ਕੇ ਗੋਰੀ ਮਈਆ ਗੁਣਗੁਣਾ ਰਹੀ ਸੀ। ਪੱਖਾ ਮਰਦੇ ਹੋਏ ਆਦਮੀ ਦੀ ਨਬਜ਼ ਵਾਂਗ ਹੌਲੀ ਹਿਲ ਰਿਹਾ ਸੀ ਅਤੇ ਟੰਗਣੀ ਅਤੇ ਸੂਈਆਂ ਫੁਲਕਾਰੀਆਂ ਦੇ ਪਰਦੇ ਬਾਊ ਦੀ ਬੁੱਢੀ ਦਾਦੀ ਦੀਆਂ ਝੁਰੜੀਆਂ ਵਾਂਗ ਲਟਕ ਰਹੇ ਸਨ ਅਤੇ ਇਹ ਸਭ ਮਾਤਾ ਦੀ ਸ਼ਾਨ ਵਿੱਚ ਉਸ ਨੂੰ ਖੁਸ਼ ਕਰਨ ਲਈ ਕੀਤਾ ਗਿਆ ਸੀ। ਬਾਊ ਨੂੰ ਆਪਣੀਆਂ ਪਲਕਾਂ ਭਾਰੀਆਂ ਜਿਹੀਆਂ ਮਹਿਸੂਸ ਹੋਈਆਂ। ਉਸ ਦੇ ਸਾਰੇ ਸਰੀਰ ਵਿੱਚ ਸੂਲਾਂ ਜਿਹੀਆਂ ਚੁੱਭ ਰਹੀਆਂ ਸਨ। ਇੰਝ ਮਹਿਸੂਸ ਹੋਇਆ ਜਿਵੇਂ ਉਸ ਨੂੰ ਕਿਸੇ ਭੱਠੀ ਵਿੱਚ ਧੱਕ ਦਿੱਤਾ ਗਿਆ ਹੋਵੇ। 2-3 ਦਿਨ ਤਾਂ ਬਾਊ ਨੇ ਪਾਸਾ ਵੀ ਨਹੀਂ ਸੀ ਪਰਤਿਆ। ਇੱਕ ਦਿਨ ਜ਼ਰਾ ਆਰਾਮ ਜਿਹਾ ਮਹਿਸੂਸ ਹੋਇਆ
ਸਿਰਫ ਇੰਨਾ ਕਿ ਉਹ ਅੱਖਾਂ ਖੋਲ੍ਹ ਕੇ ਵੇਖ ਸਕਦਾ ਸੀ। ਅੱਖਾਂ ਖੋਲ੍ਹੀਆਂ ਤਾਂ ਉਸਨੇ ਦੇਖਿਆ ਸੁਖੀ ਤੇ ਉਸਦੀ ਮਾਂ ਦਰਵਾਜ਼ੇ ਕੋਲ ਬੈਠੇ ਸਨ। ਸਿਠਾਣੀ ਨੇ ਨੱਕ ਉੱਤੇ ਦੁਪੱਟਾ ਲਿਆ ਹੋਇਆ ਸੀ। ਦਰਅਸਲ ਉਹ ਦਰਵਾਜ਼ੇ ਕੋਲ ਇਸ ਲਈ ਬੈਠੇ ਸਨ ਕਿ ਕਿਤੇ ਹਵਾ ਨਾ ਫੜ ਲਵੇ। ਪਰ ਬਾਊ ਨੇ ਸਮਝਿਆ ਅੱਜ ਉਹਨਾਂ ਲੋਕਾਂ ਦਾ ਗਰੂਰ ਟੁੱਟ ਗਿਆ ਹੈ। ਉਸਨੇ ਦਿਲ ਵਿੱਚ ਇੱਕ ਖੁਸ਼ੀ ਦੀ ਲਹਿਰ ਮਹਿਸੂਸ ਕੀਤੀ। ਇੱਕ ਜੋਤਸ਼ੀ ਜੀ ਸਾਧੂ ਰਾਮ ਨੂੰ ਬਹੁਤ ਸਾਰੀਆਂ ਗੱਲਾਂ ਦੱਸ ਰਹੇ ਸਨ। ਉਹਨਾਂ ਨੇ ਨਾਰੀਅਲ, ਪਤਾਸੇ, ਖੰਮਣੀ ਮੰਗਵਾਈ। ਸਾਧੂ ਰਾਮ ਕਦੀ ਕਦੀ ਆਪਣਾ ਹੱਥ ਬਾਊ ਦੇ ਤਪਦੇ ਹੋਏ ਮੱਥੇ ਉੱਤੇ ਰੱਖ ਦਿੰਦਾ ਅਤੇ ਕਹਿੰਦਾ, ਬਾਊ, ਉਹ ਬਾਊ, ਬੇਟਾ ਬਾਊ। ਜਵਾਬ ਨਾ ਮਿਲਦਾ ਤਾਂ ਉਸਦੇ ਕਾਲਜੇ ਵਿੱਚੋਂ ਰੁੱਗ ਭਰਿਆ ਜਾਂਦਾ ਅਤੇ ਉਹ ਚੁੱਪ ਕਰ ਜਾਂਦਾ। ਬਾਊ ਨੇ ਬੜੀ ਮੁਸ਼ਕਿਲ ਨਾਲ ਕੰਡਿਆਂ ਦੇ ਬਿਸਤਰੇ ਉੱਤੇ ਪਾਸਾ ਪਰਤਿਆ, ਫੁੱਲ ਹੱਥ ਨਾਲ ਸਰਕਾ ਕੇ ਸਿਰਹਾਣੇ ਵੱਲ ਕਰ ਦਿੱਤੇ। ਗਲੇ ਵਿੱਚ ਤਲਖੀ ਜਿਹੀ ਮਹਿਸੂਸ ਕੀਤੀ। ਹੱਥ ਵਧਾ ਕੇ ਮਾਂ ਨੇ ਪਾਣੀ ਦਿੱਤਾ। ਬਾਊ ਨੇ ਦੇਖਿਆ ਉਹਦੇ ਇੱਕ ਪਾਸੇ ਕਣਕ ਦਾ ਢੇਰ ਲੱਗਿਆ ਹੋਇਆ ਸੀ। ਜੋਸ਼ੀ ਜੀ ਦੇ ਕਹਿਣ 'ਤੇ ਬਾਊ ਦੀ ਮਾਂ ਨੇ ਉਸ ਨੂੰ ਹੌਲੀ ਜਿਹੀ ਉਠਾਇਆ ਅਤੇ ਇੱਕ ਪਾਸੇ ਲਾਏ ਹੋਏ ਕੰਡੇ ਦੇ ਇੱਕ ਪੱਲੜੇ ਵਿੱਚ ਬਿਠਾ ਦਿੱਤਾ। ਕੰਡੇ ਦੇ ਦੂਜੇ ਪਾਲੜੇ ਵਿੱਚ ਕਣਕ ਤੇ ਹੋਰ ਅਨਾਜ ਪਾਉਣੇ ਸ਼ੁਰੂ ਕੀਤੇ। ਬਾਊ ਨੇ ਆਪਣੇ ਆਪ ਨੂੰ ਤੁਲਦਾ ਹੋਇਆ ਦੇਖਿਆ ਤਾਂ ਮਨ ਵਿੱਚ ਖਾਸ ਕਿਸਮ ਦੀ ਆਤਮਿਕ ਸ਼ਾਂਤੀ ਮਹਿਸੂਸ ਕੀਤੀ। 4 ਦਿਨਾਂ ਬਾਅਦ ਅੱਜ ਉਹਨੇ ਪਹਿਲੀ ਵਾਰ ਕੁਝ ਕਹਿਣ ਲਈ ਜ਼ੁਬਾਨ ਖੋਲ੍ਹੀ ਸੀ ਅਤੇ ਇੰਨਾ ਹੀ ਕਿਹਾ ਸੀ, ਅੰਮਾ, ਕੁਛ ਕਣਕ ਅਤੇ ਮਹਾਂ ਦੀ ਦਾਲ ਦੇ ਦੇ ਸੁੱਖੀ ਦੀ ਮਾਂ ਨੂੰ, ਕਦੋਂ ਦੀ ਬੈਠੀ ਹੈ ਵਿਚਾਰੀ। ਸਾਧੂ ਰਾਮ ਨੇ ਫਿਰ ਆਪਣਾ ਹੱਥ ਬਾਊ ਦੇ ਤਪਦੇ ਹੋਏ ਮੱਥੇ ਉੱਤੇ ਰੱਖ ਦਿੱਤਾ। ਉਸਦੀਆਂ ਅੱਖਾਂ ਵਿੱਚੋਂ ਅੱਥਰੂਆਂ ਦੀਆਂ ਕੁਝ ਬੂੰਦਾਂ ਝਿਰ ਕੇ ਫਰਸ਼ ਉੱਤੇ ਖਿਲਰੇ ਕੱਪੜਿਆਂ ਵਿੱਚ ਅਲੋਪ ਹੋ ਗਈਆਂ। ਸਾਧੂ ਰਾਮ ਨੇ ਕੱਪੜਿਆਂ ਨੂੰ ਇੱਕ ਪਾਸੇ ਸਰਕਾਇਆ ਅਤੇ ਬੋਲਿਆ, ਪੰਡਤ ਜੀ, ਦਾਨ ਨਾਲ ਭਾਰ ਲੱਥ ਜੂਗਾ ਨਾ। ਮੈਂ ਤਾਂ ਘਰ ਬਾਹਰ ਵੇਚਤੇ ਇਸ ਲਈ ਪੰਡਤ ਜੀ। ਬਾਊ ਦੀ ਮਾਂ ਹੁਬਕੀ ਰੋਂਦੀ ਸਿਠਾਣੀ ਨੂੰ ਕਹਿਣ ਲੱਗੀ, ਮਾਲਕਨ, ਕੱਲ੍ਹ ਨੈਣੀਤਾਲ ਜਾਓਗੇ? ਕੱਲ੍ਹ ਨਹੀਂ, ਪਰਸੋਂ ਮਿਲਣਗੇ ਕੱਪੜੇ। ਹਾਏ ਮਾਲਕਨ, ਤੁਹਾਨੂੰ ਕੱਪੜਿਆਂ ਦੀ ਪਈ ਹੈ। ਬਾਊ ਨੂੰ ਕੁਝ ਸ਼ੱਕ ਜਿਹਾ ਹੋਇਆ। ਉਸਨੇ ਫਿਰ ਤਕਲੀਫ ਸਹਿੰਦਿਆਂ ਪਾਸਾ ਪਰਤਿਆ ਅਤੇ ਬੋਲਿਆ, ਅੰਮਾ, ਅੱਜ ਮੇਰਾ ਜਨਮ ਦਿਨ ਹੈ ਨਾ। ਹੁਣ ਸਾਧੂ ਰਾਮ ਦੇ ਸੋਤੇ ਫੁੱਟ ਪਏ। ਉਹ ਹੱਥ ਨਾਲ ਗਲੇ ਨੂੰ ਦੱਬਦਾ ਹੋਇਆ ਭਰੜਾਈ ਆਵਾਜ਼ 'ਚ ਬੋਲਿਆ, ਹਾਂ ਬਾਊ ਪੁੱਤ, ਅੱਜ ਜਨਮ ਦਿਨ ਹੈ ਤੇਰਾ। ਬਾਊ ਬੱਚੜਾ। ਬਾਊ ਨੇ ਆਪਣੇ ਤਪਦੇ ਹੋਏ ਸਰੀਰ ਤੇ ਰੂਹ ਦੇ ਸਾਰੇ ਕੱਪੜੇ ਲਾ ਸੁੱਟੇ, ਜਿਵੇਂ ਨੰਗਾ ਹੋ ਕੇ ਸੁਖੀ ਹੋ ਗਿਆ ਅਤੇ ਭਾਰ ਮਹਿਸੂਸ ਕਰਦੀਆਂ ਹੋਈਆਂ ਅੱਖਾਂ ਹੌਲੀ ਹੌਲੀ ਬੰਦ ਕਰ ਲਈਆਂ।